तो कर लो, वाला डिलीट मार लांगे। हाँ जी, रूहानी आत्मिक विचार में पेज नंबर 45 पढ़ेंगे हम। अकर्ता कर्म क्या है। इससे पहले हमने जाना है कर्म का चक्र क्या है। बुरी संगत में इंसान पशु बन जाता है, अच्छी संगत जो है इंसान को पुरुषोत्तम तक पहुंचा देती है, और गुरु प्रभु जो है उसका जीव भाव मिटाकर उसको परमात्म भाव में ही पहुंचा देता है। अब हम जानेंगे अकर्ता कर्म क्या है। इंसान ये कर्म नहीं कर सकता। जब इंसान को गुरु मिल जाता है तो कर्म बंधन कर्म मोक्ष का भेद बतलाता है। तो इंसान अपना इंसानी भाव मिटा देता है और देवी भाव रखकर जो कर्म करता है उसको यूं देखता है जो ईश्वर ही करता है। मैं भाव महसूस नहीं करता, भगवान भाव को महसूस करता है। हाँ जी। हाँ, देखे ना, करता ਅਸੀਂ ਕਰਮ ਕਰਨੇ ਨੇ, ਕਰਮ ਯੂਨੀ, ਕਰਮ ਖੇਤਰ, ਕਰਮ ਭੂਮੀ ਹੈ। ਕਰਮ ਹੀ ਸਾਨੂੰ ਡੋਬਦੇ ਨੇ, ਕਰਮ ਹੀ ਸਾਨੂੰ ਤਾਰਦੇ ਨੇ। ਮਾੜੇ ਕਰਮ ਤੇ ਡੋਬਦੇ ਨੇ, ਚੰਗੇ ਕਰਮ ਤਾਰਦੇ ਨੇ। ਪਰ ਤੀਸਰੀ ਜਿਹੜੀ ਅਵਸਥਾ ਹੈ ਨਾ ਸਤਸੰਗੀਆਂ ਦੀ, ਉਹ ਏ ਅੱਛਾ ਜਨਮ ਉਹਨੂੰ ਮਿਲਿਆ ਹੈ ਜਿਹਨੇ ਮਨੁੱਖ ਜਾਮੇ ਦਾ ਲਾਹ ਖੱਟਿਆ ਹੈ ਕਿ ਉਹਨੇ ਇਹ ਤੀਸਰੀ ਕਰਮ ਦੇ ਮਾੜੇ ਤੇ ਕਾਟਾ ਮਾਰ ਦਿੱਤਾ, ਭਾਵ ਹੀ ਨਹੀਂ ਆਣ ਦਿੱਤਾ ਆਪਣੇ ਮਨ ਵਿੱਚ। ਮਨ 'ਚ ਪਹਿਲੇ ਭਾਵ ਹੁੰਦਾ ਹੈ, ਫਿਰ ਤਨ ਕੰਮ ਕਰਦਾ ਏ। ਔਰ ਦੂਸਰੀ ਗੱਲ, ਮਾੜਾ ਭਾਵ ਨਹੀਂ ਆਣ ਦਿੱਤਾ, ਇੱਕ ਪਾਸਾ ਸਾਫ਼ ਹੋ ਗਿਆ। ਔਰ ਦੂਸਰਾ ਪਾਸਾ ਜਿਹੜਾ ਚੰਗਾ ਭਾਵ ਆਇਆ, ਉਸੇ ਵੇਲੇ ਉਹ ਕੰਮ ਕੀਤਾ, ਫਲ ਦੀ ਚਾਹਨਾ ਨਾ ਚਾਹੀ, ਇਹ ਬੇੜਾ ਪਾਰ ਹੋ ਗਿਆ। ਕਿਉਂਕਿ ਸਾਨੂੰ ਦੱਸਿਆ ਜਾਂਦਾ ਹੈ, ਬਜ਼ੁਰਗ ਦੱਸਦੇ ਨੇ, ਸਤਸੰਗੀ ਗੁਰੂ ਭਗਵਾਨ ਦੱਸਦੇ ਨੇ, ਮਾੜੇ ਕੰਮ ਦਾ ਭਾਵ ਆਏ ਉਹਨੂੰ ਨਾ ਆਉਣ ਦੇ। ਆ ਵੀ ਜਾਏ ਤੇ ਉਹਨੂੰ ਦੇਰ ਲਾ, ਹਾਲੇ ਨਹੀਂ ਕਰਨਾ, ਹਾਲੇ ਨਹੀਂ ਕਰਨਾ, ਹਾਲੇ ਨਹੀਂ ਕਰਨਾ, ਮਨ 'ਚ ਭਾਵ ਹੁੰਦਾ। ਫਿਰ ਤਨ ਦਾ ਕੋਈ ਅੰਗ ਕਰਦਾ ਨਾ, ਉਹ ਬਚ ਜਾਏਗਾ। ਇਹਨੂੰ ਕੁਛ ਟਾਈਮ ਲਾ। ਔਰ ਜਿਹੜਾ ਚੰਗਾ ਭਾਵ ਆਉਂਦਾ ਹੈ ਉਹਨੂੰ ਫਟਾਫਟ ਕਰ ਦੇ, ਉਸੇ ਵੇਲੇ ਐਟ ਵਨਸ, ਫੌਰਨ ਕਰ ਦੇ, ਇੱਕ ਸਕਿੰਟ ਵੀ ਨਾ ਲਾ। ਕਿਉਂਕਿ ਹੋ ਸਕਦਾ ਤੇਰਾ ਭਾਵ ਜਿਹੜਾ ਨਾ ਮੁੜ ਕੇ ਉਹ ਹਿੱਲ ਜਾਵੇ, ਇੱਧਰ ਉੱਧਰ ਹੋ ਜਾਵੇ ਤੇ ਤੂੰ ਨਾ ਕੰਮ ਕਰ ਸਕੇ ਅੱਛਾ ਜਿਹੜਾ ਕਰਨਾ ਪਰਮਾਰਥਮਈ ਭਲੇ ਭਾਵ ਦਾ। ਇਸ ਵਾਸਤੇ ਸਵਾਰਥ ਵਾਲੇ ਕੰਮਾਂ ਤੋਂ ਬਚ ਜਾਣਾ, ਉਸੇ ਵੇਲੇ ਹੀ, ਲਾਗੇ ਨਹੀਂ ਆਉਣ ਦੇਣਾ। ਔਰ ਪਰਮਾਰਥਮਈ ਭਾਵ ਜਿਸ ਵੇਲੇ ਆਂਦਾ ਹੈ ਉਹਨੂੰ ਉਸੇ ਵੇਲੇ ਕਰ ਲੈਣਾ, ਕਰਕੇ ਫਾਰਗ ਹੋ ਜਾਣਾ, ਫਲ ਦੀ ਚਾਹਨਾ ਨਹੀਂ ਕਰਨੀ। ਇਹ ਫਲ ਦੀ ਚਾਹਨਾ ਸਾਨੂੰ ਚਾਹਣੀ ਦੀ ਤਰ੍ਹਾਂ ਤਲ ਦਿੰਦੀ ਹੈ। ਜਿਸ ਤਰ੍ਹਾਂ ਪਕੌੜੇ ਤਲੀ ਦੇ ਨੇ, ਕੋਈ ਚੀਜ਼ ਤਲੀ ਦੀ ਹੈ ਤੇਲ 'ਚ, ਘਿਓ 'ਚ, ਇਸ ਤਰ੍ਹਾਂ ਜਿਹੜਾ ਨਾ ਸਾਨੂੰ ਸਾੜ ਦਿੱਤਾ ਜਾਂਦਾ ਹੈ। ਇਸ ਵਾਸਤੇ ਇਸ ਕੰਮ ਤੋਂ ਬਚਣਾ ਹੈ। ਹਾਂਜੀ, चलिए। कर्ता कर्म में ऐसा महसूस होता है कि जिस तरह हम शरीर नहीं चला रहे बल्कि भगवान आप ही चला रहे हैं। इस शरीर की और सारे जगत हाँ की हाँ, एक ही ईश्वर शक्ति है जिसको चेतन शक्ति तो कहते हैं। शरीर, कर्ता कर्म हाँ, की यही शरीर साडा छोटा जगत है। शरीर की है छोटा जगत, संसार वड्डा जगत है, शरीर छोटा जगत है। इस जगत ਨੂੰ ਚਲਾਉਣ ਵਾਲਾ ਵੀ ਜਗਦੀਸ਼ ਹੈ। ਆਤਮਾ ਹੈ, ਪਰਮਾਤਮਾ ਹੈ। ਆਤਮਾ ਵਿੱਚ ਜਿਸ ਵੇਲੇ ਭਾਵ ਉੱਠਦਾ ਹੈ ਨਾ, ਆਤਮ ਮੈਨੇ ਆਪਣਾ ਸਰੂਪ, ਮੇਰੀ ਆਤਮਾ, ਮੇਰਾ ਪਰਮਾਤਮਾ, ਤੇ ਉਸ ਵੇਲੇ ਕੰਮ ਹੁੰਦੇ ਨੇ। ਮਾੜਾ ਭਾਵ ਉੱਠੇ ਤੇ ਮਨ ਸਾਡਾ ਹਿੱਲ ਜਾਂਦਾ ਹੈ, ਡੋਲ ਜਾਂਦਾ ਹੈ, ਡੋਲ ਦਿੰਦਾ ਹੈ ਕੋਈ ਚੀਜ਼ ਨੂੰ, ਕਿਸੇ ਨੂੰ। ਮਨ ਜਿਸ ਵੇਲੇ ਸਾਡਾ ਟਿਕ ਜਾਂਦਾ ਹੈ ਤੇ ਇਹ ਅੱਛਾ ਭਾਵ ਹੈ, ਇਹ ਭਗਤੀ ਭਾਵ ਹੈ, ਇਹ ਧਾਰਮਿਕ ਸਿਲਸਿਲਾ ਹੈ, ਇਹਦੇ ਨਾਲ ਸਾਡਾ ਭਲਾ ਹੋਣਾ ਹੈ। ਇੱਕ ਮੇਰਾ ਹੀ ਭਲਾ ਨਹੀਂ ਹੋਣਾ, ਕਈਆਂ ਦਾ ਭਲਾ ਹੋਣਾ ਹੈ। ਤੇ ਉਹ ਮੈਨੂੰ ਜਿਹੜਾ ਨਾ ਪੁੰਨਮਈ ਭਾਗ ਲੱਗਣਾ, ਚਾਹੇ ਅਸੀਂ ਠੀਕ ਹੈ ਕਰਮ ਫਲ ਦੀ ਚਾਹਨਾ ਨਹੀਂ ਰੱਖਣੀ, ਕਰਮ ਫਲ ਨਹੀਂ ਅਸੀਂ ਚਾਹਨਾ, ਇਸ ਵਾਸਤੇ ਅਸੀਂ ਬਚ ਜਾਣਾ ਹੈ। ਇੱਕ ਐਸਾ ਸਿਲਸਿਲਾ। ਹਾਂਜੀ, ਚਲਿਏ। इस शरीर और सारे जगत की एक ही ईश्वर शक्ति है जिसको चेतन शक्ति कहते हैं। अकर्ता कर्म की यही अवस्था है। हाँ जी, हरिओम तत्सत। कहना अकर्ता कर्म ਦੀ ਇਹੀ ਅਵਸਥਾ ਹੈ। ਅਕਰਤਾ ਮੈਂ ਨਹੀਂ ਕਰਦਾ, ਮਤਲਬ ਮੈਂ ਸਰੀਰ ਹਾਂ ਨਾ। ਸਾਨੂੰ ਸਾਰੇ ਸਰੀਰ ਕਰਕੇ ਹੀ, ਸਰੀਰ ਦਾ ਨਾਂ ਜੋ ਹੈ, ਸਰੀਰ ਜਿੱਥੇ ਰਹਿੰਦਾ ਹੈ, ਸਰੀਰ ਜੋ ਕਰਦਾ ਹੈ, ਜਾਂ ਅਸੀਂ ਵੀ ਦੂਸਰੇ ਸਰੀਰ ਹਨ, ਇਸ ਤਰ੍ਹਾਂ ਦੇਖਦੇ ਹਾਂ। ਅਸਲ ਵਿੱਚ ਅਸੀਂ ਸਰੀਰ ਨਹੀਂ। ਇਹ ਸਰੀਰ ਦੇ ਅੰਦਰ ਬਾਹਰ ਜਿਹੜੀ ਹੈ ਅੰਤਰ ਸ਼ਕਤੀ, ਅੰਤਰ ਇਹਨੂੰ ਕਹਿੰਦੇ ਆ। ਅੰਤਰ ਮੈਨੇ ਫਰਕ ਵੀ ਹੁੰਦਾ ਤੇ ਅੰਤਰ ਮੈਨੇ ਨਿਰੰਤਰ ਵੀ ਹੁੰਦਾ। ਅੰਦਰ ਬਾਹਰ ਸਾਰੇ, ਇਹ ਸਾਰੇ ਜਿਹੜੀ ਸਮਾਈ ਹੋਈ ਆਤਮਾ ਪਰਮਾਤਮਾ ਜਾਂ ਇਹਦਾ ਭਾਵ ਸਦਭਾਵ ਜਿਹੜਾ ਨਾ, ਇਹ ਸਾਰੇ ਕੰਮ ਕਰਦਾ ਹੈ। ਆਤਮਾ ਵਿੱਚੋਂ ਸਾਨੂੰ ਭਾਵ ਮਿਲਦਾ ਹੈ, ਭਾਵ ਉੱਠਦਾ ਹੈ। ਫਿਰ ਸਾਡਾ ਤਨ ਜਿਹੜਾ ਹੈ, ਮਨ ਵਿੱਚ ਭਾਵ ਉੱਠਦਾ ਤੇ ਤਨ ਸਾਰੇ ਕੰਮ ਕਰਦਾ ਹੈ।
ਲੇਕਿਨ ਤਨ ਨੇ ਅੱਛੇ ਕੰਮ ਕਰਨੇ ਨੇ, ਮਨ ਚ ਅੱਛਾ ਭਾਵ ਉਠਾਣਾ ਹੈ, ਅੱਛੇ ਕੰਮ ਕਰਨੇ ਨੇ, ਔਰ ਫਲ ਦੀ ਚਾਹਨਾ ਨਹੀਂ ਰੱਖਣੀ। ਇਹ ਜਿਹੜੀ ਫਲ ਦੀ ਚਾਹਨਾ ਨਹੀਂ ਨਾ ਰੱਖਣੀ, ਇੱਥੇ ਆ ਕੇ ਬਹੁਤੇ ਫਸਦੇ ਪਏ ਆ। ਕਿਉਂਕਿ ਕਹਿੰਦੇ ਨੇ ਅਸੀਂ ਨੌਕਰੀ ਕਰਨੇ ਆ ਤੇ ਫਲ ਦੀ ਚਾਹਨਾ ਕਿਉਂ ਨਾ ਰੱਖੀ ਜੀ, ਸਾਨੂੰ 50,000 ਤਨਖਾਹ ਮਿਲਣੀ, ਕਿਉਂ ਨਹੀਂ ਦਿੱਤੀ? 4 ਦਿਨ ਹੋ ਗਏ ਨੇ, 5 ਦਿਨ ਹੋ ਗਏ ਨੇ, ਮਹੀਨੇ ਤੋਂ ਉੱਤੇ ਹੋ ਗਿਆ, ਇਹ ਦਿੰਦੇ ਨਹੀਂ ਪਏ, ਕੈਸਾ ਸੀ? ਇਹ ਫਸਣ ਵਾਲੀ ਗੱਲ ਹੈ। ਸਮਝ ਲੱਗ ਗਿਆ ਨਾ? ਕਰਮਾਂ ਦਾ ਫਲ ਤੇ ਸਾਨੂੰ ਮਾੜੇ ਨੇ ਚੰਗੇ ਨੇ ਭੁਗਤਣਾ ਹੀ ਪੈਣਾ ਹੈ। ਇਸ ਜਨਮ ਚ, ਅਗਲੇ ਜਨਮ ਚ, ਉਸ ਤੋਂ ਅਗਲੇ ਜਨਮ ਚ, ਕਿਸੇ ਨਾ ਕਿਸੇ ਜਨਮ ਵਿੱਚ ਭੁਗਤਾਨ ਕਰਨਾ ਹੀ ਪੈਣਾ ਹੈ। ਇਸ ਵਾਸਤੇ ਅਸੀਂ ਮਾੜੇ ਕਰਮਾਂ ਤੋਂ ਬਚ ਜਾਈਏ, ਬਿਲਕੁਲ ਕੱਟ ਆਫ ਹੋ ਜਾਈਏ, ਕੱਟ ਦਈਏ, ਉਠਾਣਾ ਹੀ ਨਹੀਂ ਭਾਵ। ਔਰ ਚੰਗੇ ਭਾਵ ਜਿਹੜੇ ਨੇ ਉਹ ਵੀ ਜਿਹੜੇ ਨੇ ਬੜੇ ਘੱਟ ਹੁੰਦੇ ਨੇ, ਥੋੜੇ ਹੁੰਦੇ ਨੇ। ਉਹ ਆਉਣ, ਉਸੇ ਵੇਲੇ ਕੰਮ ਕਰਕੇ ਫਲ ਦੀ ਚਾਹਨਾ ਨਹੀਂ ਰੱਖਣੀ, ਵਿਹਲੇ ਹੋ ਜਾਣਾ। ਕੰਮ ਕੀਤਾ ਬਸ ਛੁੱਟੀ ਹੋ ਗਈ, ਭੁੱਲ ਗਏ। ਨੇਕੀ ਕਰ ਦਰਿਆ ਮੇਂ ਡਾਲ, ਬਜ਼ੁਰਗ ਸਾਨੂੰ ਇਹ ਕਹਿੰਦੇ ਨੇ। ਨੇਕੀ ਕਰ, ਅੱਛਾ ਕੰਮ ਭਲਾ ਕਰ, ਕਿਸੇ ਦਾ ਰੌਲਾ ਨਾ ਪਾ, ਕਿਸੇ ਨੂੰ ਦੱਸ ਨਾ, ਕੁਛ ਨਾ ਕਰ। ਸਮਝ ਲੱਗ ਗਿਆ ਨਾ? ਕੋਈ ਐਸਾ ਵੀ ਨਾ ਕਰਕੇ ਮੈਂ ਬੜਾ ਮਹਾਨ ਆ ਜੀ, ਮੈਂ ਪਤਾ ਨਹੀਂ ਲੱਗਣ ਦਿੱਤਾ, ਮੈਂ ਕੀਤਾ ਸੀ, ਮੈਂ ਕੀਤਾ ਸੀ, ਤੁਹਾਨੂੰ ਨਹੀਂ ਨਾ ਪਤਾ, ਤੁਹਾਨੂੰ ਮੈਂ ਦੱਸ ਦੇਣਾ ਅੱਜ ਕੈਸਾ ਸਿਲਸਿਲਾ। ਇਹ ਨਹੀਂ ਹੋਣਾ ਚਾਹੀਦਾ। ਨੇਕੀ ਕਰ ਦਰਿਆ ਮੇਂ ਡਾਲ, ਨੇਕੀ ਕਰਕੇ ਉਹਨੂੰ ਭੁੱਲ ਜਾਣਾ, ਦਰਿਆ ਚ ਪਾ ਦੇਣਾ। ਦਰਿਆ ਦਾ ਪਾਣੀ ਪਤਾ ਨਹੀਂ ਕਿੱਥੇ 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 ਹਜ਼ਾਰਾਂ ਲੱਖਾਂ ਮੀਲਾਂ ਤੇ ਚਲਾ ਗਿਆ ਤੇ ਭੁੱਲ ਗਏ। ਇਸ ਤਰ੍ਹਾਂ ਅਸੀਂ ਜਿਹੜਾ ਨੇ ਕਰਨਾ, ਇਹ ਸਤਸੰਗ ਦੀ ਖੁਰਾਕ ਹੈ, ਇਹ ਸਤਸੰਗ ਦੀ ਸਿੱਖਿਆ ਹੈ, ਇਹ ਗੁਰੂ ਜੀ ਦੀ ਸਿੱਖਿਆ ਹੈ। ਇਹ ਸਾਨੂੰ ਸਿੱਖਿਆ ਮਿਲਦੀ ਹੈ, ਕਰਮ ਕਰਨ ਦਾ ਢੰਗ ਮਿਲਦਾ, ਹਾਲਾਤਾਂ ਦੇ ਫਿਰ ਡੰਗ ਨਹੀਂ ਵੱਜਦੇ। ਕਰਮ ਤੇ ਮਾੜੇ ਕਰਨੇ ਨਹੀਂ, ਇੱਕ ਪਾਸਾ ਸਾਫ, ਚੰਗੇ ਕਰਨੇ ਨੇ, ਔਰ ਫਟਾਫਟ ਕਰਕੇ ਫਲ ਦੀ ਚਾਹਨਾ ਕਦੇ ਵੀ ਨਹੀਂ ਕਰਨੀ, ਨਾ ਅੱਜ, ਨਾ ਕੱਲ, ਨਾ ਪਰਸੋਂ, ਨਾ ਚੌਥ, ਕਦੇ ਕਰਨੀ। ਇਸ ਤਰ੍ਹਾਂ ਤਰਨਾ। ਹਾਂਜੀ ਹਾਂਜੀ, ਇਹਨੂੰ ਇਸ ਤਰ੍ਹਾਂ ਵੀ ਅਸੀਂ ਸੋਚ ਸਕਨੇ ਆ ਕਰਤਾ ਕਰਮ ਨੂੰ, ਕਿ ਬਸ ਮੈਂ ਭਾਵ ਮਹਿਸੂਸ ਹੀ ਨਹੀਂ ਕਰਨਾ ਕਿ ਜੋ ਕਰਵਾ ਰਿਹਾ ਵਹੀ ਕਰਵਾ ਰਿਹਾ, ਜੋ ਪ੍ਰਭੂ ਕਰਵਾ ਰਿਹਾ तो करता कर्म ਹਾਂ, ज्यादा। ਇਹ ਬਿਲਕੁਲ ਠੀਕ ਗੱਲ ਹੈ। ਸਾਡੇ ਚ ਜੀਵਨ ਜੋਤੀ ਹੈਗੀ ਏ, ਆਤਮਾ ਪਰਮਾਤਮਾ ਹੈਗੀ ਏ, ਪ੍ਰਾਣ ਸ਼ਕਤੀ ਹੈਗੀ ਏ, ਤੇ ਕੰਮ ਕਰ ਰਿਹਾ ਸਰੀਰ। ਸਰੀਰ ਤੇ ਸਾਹਮਣੇ ਮੁਰਦੇ ਦਾ ਵੀ ਪਿਆ ਹੁੰਦਾ, ਉਹ ਕੋਈ ਕੰਮ ਨਹੀਂ ਕਰਦਾ। ਸਮਝ ਲੱਗ ਗਿਆ ਨਾ? ਇਸ ਵਾਸਤੇ ਅਸੀਂ ਜੀਵਨ ਜੋਤੀ, ਜੀਵਨ ਜੋਤੀ ਹੀ ਸਭ ਕੁਝ ਕਰਦੀ ਪਈ ਹੈ। ਜੀਵਨ ਜੋਤੀ ਨਾ ਹੋਤੀ ਤੇ ਅੱਖਾਂ ਠੀਕ ਠਾਕ ਨੇ, ਜੀਵਨ ਜੋਤੀ ਨਾ ਹੁੰਦੀ ਤੇ ਦੇਖਣਾ ਹੀ ਨਹੀਂ ਸੀ ਇਹਨਾਂ ਨੇ, ਕੰਨਾਂ ਨੇ ਸੁਣਨਾ ਹੀ ਨਹੀਂ ਸੀ, ਹੱਥਾਂ ਨੇ ਹਿਲਣਾ ਹੀ ਨਹੀਂ ਸੀ, ਪੈਰਾਂ ਨੇ ਕਰਨਾ ਹੀ ਕੋਈ ਨਹੀਂ ਸੀ। ਬਿਲਕੁਲ ਅੱਛੀ ਗੱਲ ਏ। ਇਹ ਆਤਮਾ ਪਰਮਾਤਮਾ ਜੀਵਨ ਜੋਤੀ ਸਾਰਿਆਂ ਵਿੱਚ, ਪਸ਼ੂ ਪੰਛੀ ਪਰਿੰਦਿਆਂ ਵਿੱਚ, ਭੋਗ ਯੂਨੀਆਂ ਕਰਮ ਯੂਨੀਆਂ ਵਿੱਚ, ਸਾਰਿਆਂ ਵਿੱਚ ਤਦ ਹੀ ਉਹ ਚਲਦੇ ਫਿਰਦੇ, ਸੁਣਦੇ, ਖਾਂਦੇ ਪੀਂਦੇ, ਲੈਂਦੇ ਦਿੰਦੇ, ਮਾਰਦੇ ਮਾਰ ਖਾਂਦੇ ਕਿਸੇ ਕੋਲੋਂ, ਇਹ ਸਾਰਾ ਕੁਝ ਹੁੰਦਾ ਪਿਆ ਤਦ ਹੁੰਦਾ। ਹਾਂਜੀ हाँ जी, ये तो चलिए। हमने अकर्ता कर्म। बाकी कल पढ़ेंगे ज्ञान। ज्ञान क्या ठीक है, है। ज्ञान प्रेम क्या हाँ है। बस, हाँ बस ये थोड़ा थोड़ा ही पढ़ना ताकि सानू समझ आ जाए। सिर पढ़ छड़ना नहीं, सुन छड़ना नहीं, सुना छड़ना नहीं। पढ़ लैना है, सुन लैना है, सुना लैना है। समझ लग गया? ਉਹਦਾ अर्थ समझ ਲੈਣਾ ਹੈ, ਉਹਦਾ अर्क ਕੱਢ ਕੇ ਪੀ ਲੈਣਾ ਹੈ, ਉਹਦਾ ਸਾਰ ਰਸ ਨਿਚੋੜ ਮਨ ਚ ਰੱਖ ਲੈਣਾ ਹੈ, ਅਮਲੀ ਜੀਵਨ ਬਣਾ ਲੈਣਾ ਹੈ। ਅਮਲੀ ਜੀਵਨ ਹੋਵੇ ਸਾਡਾ ਸਭ ਦਾ। ਮਿਹਰ ਕਰੋ ਮਿਲ ਸੰਗਤ ਸਾਰੀ, ਮੇਰੇ ਗੁਰੂ ਪ੍ਰਭੂ ਜੀ ਭਗਵਾਨ ਜੀ ਇਹ ਮਿਹਰ ਕਰੋ। ਅਸੀਂ ਸੁਣਦੇ ਸੁਣਾਉਂਦੇ ਆ, ਪੜ੍ਹਦੇ ਪੜ੍ਹਾਉਂਦੇ ਆ, ਲਿਖਦੇ ਲਿਖਾਉਂਦੇ ਆ, ਸਤਸੰਗ ਆਉਂਦੇ ਜਾਂਦੇ ਆ, ਸੁਣਦੇ ਸੁਣਾਉਂਦੇ ਆ, ਅਮਲ ਕਰਨ ਲੱਗ ਜਾਈਏ ਅਸੀਂ। ਅਮਲੀ ਜੀਵਨ ਹੋਵੇ ਮੇਰਾ, ਮਿਹਰ ਕਰੋ ਮਿਲ ਸੰਗਤ ਸਾਰੀ। ਔਰ ਹੋ ਜਾਂਦਾ ਅਭਿਆਸ ਨਾਲ। ਜਦੋਂ ਸਾਡਾ ਪੱਕੇ ਮਨ ਚੋਂ ਇਹ ਅਰਜ਼ ਨਿਕਲੇਗੀ ਨਾ, ਬਿਨਾਂ ਗਰਜ਼ ਤੋਂ, ਬਿਨਾਂ ਸਵਾਰਥ ਤੋਂ, ਪਰਮਾਰਥ ਵਾਸਤੇ ਸਾਨੂੰ ਸਮਝ ਆਏਗੀ, ਤੇ ਅਸੀਂ ਸਾਰੇ ਜਿਹੜੇ ਨੇ ਨਾ, ਮੈਨੂੰ ਕੀ ਕਹਿੰਦੇ ਨੇ ਸਾਰੇ ਗੁਰੂ ਪ੍ਰਭੂ ਸੰਤ ਮਾਂ ਬਾਪ ਵੱਡੇ, ਕਹਿੰਦੇ ਨੇ ਜੋ ਤੈਨੂੰ ਮਿਲਿਆ ਪੁੱਤਰ ਇਹ ਹੀ ਵੰਡ, ਰਲਾ ਨਹੀਂ ਪਾਣਾ ਵਿੱਚ, ਮਿਲਾਵਟ ਨਹੀਂ ਕਰਨੀ ਵਿੱਚ, ਆਪਣੀ ਹੋਂਦ ਨਹੀਂ ਬਣਾ ਲੈਣੀ, ਮੈਂ ਸੁਣਾ ਰਿਹਾ, ਮੈਂ ਕੀਤਾ, ਮੈਂ ਬੜਾ ਸੋਹਣਾ ਕੀਤਾ ਨਾ। ਉਸ ਜਿਉਂ ਕਾ ਤਿਉਂ, ਜਿਹੜੀ ਚੀਜ਼ ਤੈਨੂੰ ਮਿਲੀ ਹੈ ਨਾ ਓਨੀ ਦੀ ਓਨੀ ਖਾਵੋ, ਖਰਚੋ ਰਲ ਮਿਲ ਭਾਈ, ਨਾਲ ਆਸ਼ੀਰਵਾਦ ਦਿੰਦੇ ਨੇ, ਟੋਟ ਨਾ ਆਵੇ ਵੱਧ ਹੋ ਜਾਏ। ਤੈਨੂੰ ਕੋਈ ਕਮੀ ਨਹੀਂ ਆਏਗੀ, ਵਾਧਾ ਹੀ ਪਏਗਾ, ਵਾਧਾ ਹੀ ਪਏਗਾ। ਦੇਖਿਆ ਨਾ, ਮੇਰੀ ਹੁਣੇ ਪੜ੍ਹਾਉਣ ਦੀ ਲਾਈਨ ਰਹੀ ਹੈ, ਸ਼ੁਰੂ ਤੋਂ ਪੜ੍ਹਾਉਂਦਾ ਰਿਹਾ ਬਚਪਨ ਤੋਂ ਹੀ। ਚੌਥੀ ਪੰਜਵੀਂ ਛੇਵੀਂ ਚ ਆਪ ਪੜ੍ਹਦਾ ਸਾਂ, ਉਦੋਂ ਪੜ੍ਹਾਉਣਾ ਸ਼ੁਰੂ ਕੀਤਾ। ਅੱਜ ਵੀ ਉਹ ਪੜ੍ਹਾਈ ਜਿਹੜੀ ਹੈ ਨਾ ਦੀ ਪਈ, ਉਹਦਾ ਫਾਇਦਾ ਹੀ ਹੋਇਆ ਹੈ। ਸਭ ਕੁਝ ਪਤਾ ਹੀ ਹੈ ਕੈਸਾ ਹੈ। ਵਿਦਿਆ ਦਾਨਿਨ ਵਰਦ ਤੇ, ਇਹ ਸਦਗੁਣ ਜਿਹੜੇ ਨੇ ਨਾ, ਇਹ ਵਰਤਨ ਨਾਲ, ਖਰਚਣ ਨਾਲ, ਵੰਡਣ ਨਾਲ ਵੱਧਦੇ ਵੱਧਦੇ ਵੱਧਦੇ, ਇਹਨੂੰ ਸੰਸਕ੍ਰਿਤ ਚ ਕਹਿੰਦੇ ਵਿਦਿਆ। ਸਦਗੁਣ ਦਾਨੇਨ, ਦੇਣ ਨਾਲ, ਦਾਨ ਕਰਨ ਨਾਲ ਵੱਧਦੇ ਨੇ, ਇਹ ਵੱਧਦੇ ਜਾਂਦੇ ਨੇ। ਹਾਂਜੀ
हाँ जी, आज इतना ही जी। बाकी कल ठीक है जी, करेंगे। कल फिर मिलेंगे। हरि ओम तत्सत, हरि ओम तत्सत, हरि ओम तत्सत।